ਪੰਜਾਬਨਾਮਾ ਸ਼ੋਅ ਵੇਖ ਰਹੇ ਦਰਸ਼ਕੋ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਸਕਦੇ ਹੋ ਸਟੂਡੀਓ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਡਾਕਟਰ ਖੁਸ਼ਹਾਲ ਸਿੰਘ ਜੀ ਅਤੇ ਸੀਨੀਅਰ ਪੱਤਰਕਾਰ ਬਲਵਿੰਦਰ ਜੰਮੂ ਜੀ। ਦੋਨਾਂ ਨੂੰ ਸਵਾਗਤ ਕਰਦੇ ਹਾਂ ਜੀ ਆਇਆਂ, ਸਤਿ ਸ਼੍ਰੀ ਅਕਾਲ ਜੀ। ਪਹਿਲਾ ਮਸਲਾ ਜਿਹੜਾ ਕਿ ਜੀਰਾ ਫੈਕਟਰੀ ਦਾ ਕਾਫੀ ਲੰਬੇ ਸਮੇਂ ਤੋਂ ਭਖਦਾ ਆ ਰਿਹਾ ਸੀ, ਲੋਕਾਂ ਦੇ ਵੱਲੋਂ ਧਰਨਾ ਲਗਾਇਆ ਗਿਆ ਸੀ, ਸੀਐਮ ਮਾਨ ਵੱਲੋਂ ਵੀ ਐਲਾਨ ਕਰ ਦਿੱਤਾ ਗਿਆ ਸੀ, ਪਰ ਪੇਚ ਕਿੱਥੇ ਫਸਿਆ ਹੋਇਆ, ਸਮੱਸਿਆ ਫਿਰ ਜਿਉਂ ਦੀ ਤਿਉਂ ਜਿਹੜੀ ਸਥਿਤੀ ਵਿਖਾਈ ਦੇ ਰਹੀ ਹੈ। ਐਲਾਨ ਕਰਨ ਤੋਂ ਬਾਅਦ ਭਾਵੇਂ ਕਿ ਖੁਸ਼ੀ ਦਾ ਮਾਹੌਲ ਇਲਾਕੇ ਦੇ ਲੋਕਾਂ ਦੇ ਵਿੱਚ ਇੱਕ ਤਰ੍ਹਾਂ ਦੀ ਫਤਿਹ ਜਿਹੜੀ ਉਹਨਾਂ ਨੂੰ ਲੱਗਦੀ ਸੀ ਕਿ ਹੋਈ ਹੈ, ਪਰ ਹੁਣ ਜਿਹੜਾ ਮੋਰਚਾ ਹੈ ਉਹ ਉੱਠਣ ਦਾ ਨਾਮ ਨਹੀਂ ਲੈ ਰਿਹਾ। ਕੁਝ ਉਹਨਾਂ ਦੀਆਂ ਮੰਗਾਂ ਨੇ ਤੇ ਕੁਝ ਸਿਆਸੀ ਗਲਾਰਿਆਂ ਦੇ ਵਿੱਚੋਂ ਵੀ ਆਵਾਜ਼ਾਂ ਆ ਰਹੀਆਂ ਨੇ ਕਿ ਜੇ ਫੈਕਟਰੀ ਵੱਲੋਂ ਹਾਈ ਕੋਰਟ ਦਾ ਰੁਖ ਕੀਤਾ ਜਾਂਦਾ ਹੈ ਕੀ ਸਮੱਸਿਆ ਜਿਹੜੀ ਜਿਉਂਦੀ ਤਿਉਂ ਬਣੀ ਰਹੇਗੀ। ਇਹਨਾਂ ਗੱਲਾਂ ਦੇ ਬਾਰੇ ਜਿਹੜਾ ਪਹਿਲਾ ਮਸਲਾ ਸਾਡਾ ਡਾਕਟਰ ਖੁਸ਼ਹਾਲ ਜੀ ਤੋਂ ਜਾਣਕਾਰੀ ਲਵਾਂਗੇ। ਡਾਕਟਰ ਸਾਹਿਬ, 7 ਮੰਗਾਂ ਜਿਹੜੀਆਂ ਮੋਰਚੇ ਨੇ ਆਪਣੀਆਂ ਰੱਖੀਆਂ ਨੇ ਸਰਕਾਰ ਅੱਗੇ, ਕਿਵੇਂ ਵੇਖਦੇ ਹੋ? ਜਾਂ ਫਿਰ ਜਿਹੜਾ ਦੂਸਰਾ ਮਸਲਾ ਹੈ ਕਿ ਫੈਕਟਰੀ ਵਾਲੇ ਇੰਨੀ ਛੇਤੀ ਨਾਲ ਮੰਨ ਜਾਣਗੇ, ਪਿੱਛੇ ਹਟ ਜਾਣਗੇ? ਬਿਲਕੁਲ ਬੱਲ ਜੀ, ਜਿਸ ਤਰ੍ਹਾਂ ਅਸੀਂ ਪਿਛਲੇ ਸਮੇਂ ਤੋਂ ਦੇਖ ਰਹੇ ਹਾਂ ਕਿ ਕਾਫੀ ਜਿਹੜਾ 6 ਮਹੀਨੇ ਲਗਭਗ ਹੋ ਚੱਲੇ ਆ, ਇਸ ਦੇ ਉੱਤੇ ਇਹ ਮਸਲਾ ਜਿਹੜਾ ਸਾਡੇ ਅਖਬਾਰਾਂ ਦੀਆਂ ਸੁਰਖੀਆਂ ਬਣਿਆ ਹੋਇਆ, ਮੀਡੀਆ ਦੇ ਵਿੱਚ ਵਿਚਾਰਿਆ ਜਾ ਰਿਹਾ। ਇਹਦੇ ਵਿੱਚ ਜਦੋਂ ਸਰਕਾਰ ਨੇ ਯੂ ਟਰਨ ਲਿਆ ਹੈਗਾ ਉਸ ਤੋਂ ਬਾਅਦ ਕਈ ਜਿਹੜੇ ਆ ਸਾਡੇ ਸਾਹਮਣੇ ਸਵਾਲ ਜਿਹੜੇ ਇਹਦੇ 'ਚ ਖੜੇ ਹੋਏ ਆ। ਇੱਕ ਤਾਂ ਸਾਡਾ ਜਿਹੜਾ ਐਜੂਕੇਸ਼ਨ ਜਿਹੜੀ ਇਹਦੀ ਪਾਲਿਸੀ ਹੈਗੀ ਇੰਡਸਟਰੀ ਬਾਰੇ ਉਹਦਾ ਜਿਹੜਾ ਆ ਸਾਹਮਣੇ ਆ ਰਿਹਾ। ਦੂਸਰਾ ਪੋਲੂਸ਼ਨ ਬੋਰਡ ਜੋ ਕਰਦਾ ਆ ਉਹ ਸਾਹਮਣੇ ਆ ਰਿਹਾ। ਤੀਸਰੀ ਗੱਲ ਹੈ ਕਿ ਜਥੇਬੰਦੀਆਂ ਦੀ ਆਰਗੇਨਾਈਜੇਸ਼ਨ ਬਾਰੇ ਜਿਹੜਾ ਹੈਗਾ ਆ ਉਹ ਵੀ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕਾਫੀ ਜਿਹੜਾ ਪਹਿਲਾਂ ਇੱਥੋਂ ਦੇ ਮੁੱਖ ਮੰਤਰੀ ਸਾਹਿਬ ਨੇ ਜਾਂ ਹੋਰ ਸਰਕਾਰ ਦੇ ਕੁਝ ਬੰਦਿਆਂ ਨੇ ਉਹਨਾਂ 'ਤੇ ਦੋਸ਼ ਵੀ ਲਾਏ ਸੀਗੇ ਜਥੇਬੰਦੀਆਂ ਦੇ ਉੱਤੇ ਖਾਸ ਕਿਸਮ ਦੇ। ਤੇ ਇਹ ਸਾਰੇ ਜਿਹੜਾ ਹੁਣ ਹੈ ਕਿਸਾਨ ਸੰਘਰਸ਼ ਤੋਂ ਬਾਅਦ ਕੁਛ ਵੀ ਹੋਵੇ, ਇਹਦੇ ਕੁਝ ਰੀਜਨ ਹੋਏ ਹੋਣ, ਪਰੰਤੂ ਇੱਕ ਗੱਲ ਸਪਸ਼ਟ ਹੋ ਗਈ ਕਿ ਲੋਕਾਂ ਦਾ ਜਿਹੜਾ ਲੋਕਾਂ ਦੀ ਰਾਏ ਹੈ, ਜਿਹੜਾ ਲੋਕਾਂ ਦਾ ਰੋਹ ਹੈ, ਉਹਦਾ ਸਾਹਮਣਾ ਕਰਨਾ ਪਏਗਾ। ਕੋਈ ਵੀ ਜਿਹੜਾ ਪਾਵਰ ਚ ਆਉਂਦੇ, ਕੋਈ ਵੀ ਸ਼ਕਤੀ ਹੈਗੀ ਹੈ, ਔਰ ਜਿਹੜੇ ਲੋਕ ਸੰਘਰਸ਼ ਕਰਦੇ ਆ ਉਹਨਾਂ ਨੂੰ ਇਹਦੇ ਨਾਲ ਬਲ ਮਿਲਿਆ ਹੈ। ਜਿਹੜਾ ਕਿਤੇ ਵੀ ਕੋਈ ਕੰਮ ਕਰ ਰਿਹਾ ਸੀਗਾ, ਇਹ ਇੰਪਲੀਮੈਂਟ ਕਿਵੇਂ ਹੁੰਦਾ ਆ, ਜਿਸ ਤਰ੍ਹਾਂ ਇਹ ਲੱਗਦਾ ਆ ਕਿ ਜਿਹੜੀ ਸਰਕਾਰ ਨੇ ਜਿੰਨੇ ਵੀ ਫੈਸਲੇ ਕੀਤੇ ਆ ਉਹ ਪ੍ਰੋਫੈਸ਼ਨਲ ਤਰੀਕੇ ਨਾਲ ਉਹਦੇ 'ਤੇ ਕੋਈ ਵਿਚਾਰ ਵਟਾਂਦਰਾ ਕਰਕੇ ਜਾਂ ਉਹਦੀ ਲੀਗਲ ਸਾਰੀਆਂ ਜਿਹੜੇ ਸਾਈਡ ਦੇਖ ਕੇ ਨਹੀਂ ਕੀਤੇ ਜਾਂਦੇ। ਉਹ ਕਈ ਵਾਰੀ ਪੋਲੀਟੀਕਲੀ ਫੈਸਲੇ ਹੋ ਜਾਂਦੇ ਤੇ ਅਸੀਂ ਦੇਖਿਆ ਕੋਰਟ ਦੇ ਵਿੱਚ ਹਰੇਕ ਫੈਸਲਾ ਜਿਹੜਾ ਜਾ ਕੇ ਗੌਰਮੈਂਟ ਦਾ ਉੱਥੇ ਜਾ ਕੇ ਉਹ ਡਿੱਗ ਜਾਂਦਾ ਆ। ਉਹ ਜਦੋਂ ਹਾਈ ਕੋਰਟ ਜਾਂਦਾ ਜਾਂ ਦੂਸਰੀ ਕੋਰਟ ਜਾਂਦਾ ਉੱਥੇ ਉਹ ਖੜ ਨਹੀਂ ਪਾਉਂਦਾ। ਇਹਦੇ ਵਿੱਚ ਵੀ ਇਹ ਖਤਰੇ ਤਾਂ ਕਾਫੀ ਇਹਦੀ ਸੰਭਾਵਨਾ ਹੈ ਕਿ ਜੇ ਉਹ ਕੋਰਟ ਚਲੇ ਜਾਂਦੀ ਆ ਤੇ ਉਹ ਕਿਉਂਕਿ ਪਹਿਲਾਂ ਹੀ ਚੱਲ ਰਿਹਾ ਆ। ਹੁਣ ਤਾਂ ਇਹ ਸਵਾਲ ਹੈ ਕਿ ਕੀ ਸਰਕਾਰ ਕੋਲ ਪਾਵਰ ਹੈਗੀ ਹੈ ਜਦੋਂ ਇੱਕ ਮਸਲਾ ਕੋਰਟ ਵਿੱਚ ਹੋਵੇ ਉਸ ਵਕਤ ਕਿਸੇ ਇੰਡਸਟਰੀ ਨੂੰ ਬੰਦ ਕਰਨ ਦਾ? ਇੱਕ ਤਾਂ ਇਹ ਸਵਾਲ ਹੈਗਾ ਆ। ਦੂਸਰਾ ਆ ਕਿ ਇੱਕ ਜਿਹੜਾ ਆ ਦੂਸਰੇ ਪੱਖ ਹੈ ਜਿਹੜਾ ਆ, ਭਾਵੇਂ ਉਹ ਉਸ ਕੰਪਨੀ ਵਾਲਿਆਂ ਦਾ ਹੋਵੇ, ਫੈਕਟਰੀ ਵਾਲਿਆਂ ਦਾ ਹੋਵੇ, ਇਹ ਵੀ ਇੱਕ ਜਿਹੜਾ ਹਿੱਸਾ ਪ੍ਰਚਾਰ ਕਰ ਰਿਹਾ ਕਿ ਪੰਜਾਬ ਵਿੱਚ ਜੇ ਇਹ ਵਰਤਾਰਾ ਸ਼ੁਰੂ ਰਿਹਾ ਕਿ ਇੰਡਸਟਰੀ ਕਿਵੇਂ ਆਏਗੀ, ਲੋਕਾਂ ਦਾ ਰੁਜ਼ਗਾਰ ਹੈ। ਇੱਕ ਅਖਬਾਰ, ਵੱਡੀ ਅਖਬਾਰ ਨੇ ਤਾਂ ਇਹ ਲਾਇਆ ਸੀਗਾ ਸਾਡੇ ਇੱਥੇ ਪੰਜਾਬ ਦੀ ਨੇ ਕਿ ਦੇਖੋ ਜੀ ਇਹਦੇ ਨਾਲ ਬੇਰੁਜ਼ਗਾਰੀ ਫੈਲੇਗੀ, ਇਹਦੇ ਨਾਲ ਜਿਹੜੀ ਭਾਵਨਾ ਜਾਏਗੀ। ਇਹ ਵੀ ਗੱਲਾਂ ਹੋ ਰਹੀਆਂ ਨੇ। ਇਹ ਸਾਰੇ 'ਚ ਸਾਨੂੰ ਇੱਕ ਜਿਹੜਾ ਇੱਕ ਧਿਆਨ ਰੱਖਣਾ ਚਾਹੀਦਾ ਹੈ ਕਿ ਟੋਟਲ ਜਿਹੜਾ ਆ 99 ਲੱਖ ਲੋਕ ਜਿਹੜੇ ਆ ਉਹ ਨੌਕਰੀਆਂ ਕਰਦੇ ਆ ਪੰਜਾਬ ਦੇ, ਤੇ ਜਿਹਦੇ ਵਿੱਚ ਸਭ ਤੋਂ ਵੱਡੇ ਜਿਹੜੇ ਵੱਡੀ ਦੇ ਵਿੱਚ ਰੁਜ਼ਗਾਰ ਹੈ ਜਿਹੜਾ ਉਹ ਖੇਤੀ ਨਾਲ ਸੰਬੰਧਿਤ ਹੈਗਾ ਆ। ਤੇ ਉਹ 32 ਲੱਖ ਤੋਂ ਉੱਪਰ ਤਾਂ ਇਕੱਲੀ ਖੇਤੀ ਦੇ ਵਿੱਚ ਹੀ ਕੰਮ ਕਰਦੇ ਆ। ਫਿਰ ਇਹਦੇ ਨਾਲ ਸਹਾਇਕ ਧੰਦੇ ਆ ਜਿਹੜੇ ਉਹਦੇ ਨਾਲ ਕੰਮ ਕਰਦੇ ਆ। ਲਘੂ ਜਿਹੜੇ ਛੋਟੀਆਂ ਇੰਡਸਟਰੀ ਉਹ ਵੀ ਖੇਤੀ ਨਾਲ ਸੰਬੰਧਿਤ ਹੈ, ਉਹ ਵੀ ਇਹਦੇ ਨਾਲ ਸੰਬੰਧਿਤ ਕਰਦੇ ਆ। ਤੇ ਜਿਹੜੇ ਇਹ ਕਾਰਪੋਰੇਟ ਘਰਾਣਿਆਂ ਦੀਆਂ ਜਿਹੜੇ ਜੇ ਨੌਕਰੀਆਂ ਦੀ ਗੱਲ ਕਰ ਰਹੇ ਆ ਲੋਕ ਸਾਰੇ, ਉਹਦੇ ਵਿੱਚ 3.5 ਲੱਖ ਬੰਦਾ ਜਿਹੜਾ ਸਿਰਫ ਕੰਮ ਕਰਦਾ ਆ। ਔਰ ਉਹਦੇ ਵਿੱਚ ਇੰਡਸਟਰੀ 'ਚ ਸਾਡੀ ਜਿਹੜੀ ਹੈ ਜ਼ਮੀਨ ਹੈ ਬਹੁਤ ਜ਼ਿਆਦਾ ਲੱਗਦੀ ਹੈ, ਪੋਲੂਸ਼ਨ ਉਹ ਬਹੁਤ ਜ਼ਿਆਦਾ ਫੈਲਾਉਂਦੀਆਂ ਨੇ, ਬਹੁਤ ਜ਼ਿਆਦਾ ਸਾਡੀ ਜਿਹੜੀ ਇਨਵੈਸਟਮੈਂਟ ਵੀ ਹੁੰਦੀ ਹੈ। ਸੋ ਇਹ ਪਾਲਿਸੀ ਸਾਨੂੰ ਜਿਹੜੀ ਹੈ ਇਹ ਕਦੋਂ ਪਹਿਲਾਂ ਸਰਕਾਰ ਨੇ ਕਈ ਵਾਰੀ ਆਈਡੀਅਲ ਤੌਰ ਤੇ ਸੋਚਿਆ ਆ ਕਿ ਇੱਥੋਂ ਦੇ ਐਗਰੋ ਇੰਡਸਟਰੀ ਆ, ਜਿਹੜੀ ਐਗਰੀ ਬੇਸਡ ਇੰਡਸਟਰੀ ਆ, ਇਹ ਕਿੱਡੇ ਵੱਡੇ ਸਵਾਲ ਆ ਕਿ ਕਣਕ ਸਭ ਤੋਂ ਵੱਧ ਪੰਜਾਬ 'ਚ ਹੁੰਦੀ ਹੋਵੇ ਲੇਕਿਨ ਬਿਸਕੁਟ ਬੰਗਲੌਰ ਬਣਦੇ ਹੋਣ। ਮਤਲਬ ਇੱਥੇ ਉਵੇਂ ਦੀ ਕੋਈ ਇੰਡਸਟਰੀ ਅਸੀਂ ਡਿਵੈਲਪ ਨਹੀਂ ਕਰ ਸਕੇ। ਕੋਈ ਜਿਹੜਾ ਸਾਰਾ ਸੀਗਾ ਕੁੱਲ ਮਿਲਾ ਕੇ ਸਾਡੇ ਸਾਹਮਣੇ ਇੱਕ ਬਹੁਤ ਵਧੀਆ ਉਦਾਹਰਨ ਹੈਗੀ ਆ। ਉਹ ਹੈਗੇ ਭਾਵੇਂ ਉਹਦੇ 'ਚ ਲੱਖ ਨੁਕਸ ਨੇ। ਇਹ ਤੇ ਵੇਰਕਾ ਪਲਾਂਟ ਹੈ। ਵੇਰਕਾ ਪਲਾਂਟ ਮੁੱਲ ਦੇ ਮੁਕਾਬਲੇ ਭਾਵੇਂ ਨਹੀਂ ਉਸ ਪੱਧਰ ਤੇ ਖੜ ਸਕਿਆ, ਫੇਰ ਵੀ ਅੱਜ ਦੇ ਦੌਰ ਤੇ ਭਾਰਤ ਵਿੱਚ ਆਪਣੀ ਵੱਡੀ ਸ਼ਾਖ ਹੈ, ਸ਼ਾਖ ਵੀ ਹੈ ਤੇ ਬਹੁਤ ਸਾਰੇ ਲੋਕਾਂ ਨੂੰ ਡਾਇਰੈਕਟ ਰੁਜ਼ਗਾਰ ਦਿੰਦਾ ਆ।
ਉਹਨਾਂ ਨੂੰ ਉਹਨੇ ਫਾਇਦਾ ਕੀਤਾ ਹੋਇਆ ਆ। ਔਰ ਜਦੋਂ ਕੋਈ ਮੁਨਾਫਾ ਮੰਨ ਲਓ ਕੋਈ ਤੇ ਵੱਧਦਾ ਹੈ ਰੇਟ, ਤੇ ਉਹ ਜਿਹੜੇ ਦੁੱਧ ਉਤਪਾਦਕ ਨੇ ਉਹਨਾਂ ਨੂੰ ਉਹਦਾ ਡਾਇਰੈਕਟ ਫਾਇਦਾ ਜਿਹੜਾ ਆ ਉਸ 'ਚ ਹੁੰਦਾ ਆ। ਤੇ ਇਸ ਮਾਡਲ ਦੀ ਕੋਈ ਇੰਡਸਟਰੀ ਸਾਡੇ ਜਿਹੜੀ ਆ ਡਿਵੈਲਪ ਹੋਣੀ ਚਾਹੀਦੀ ਆ। ਜਿਸ ਕਿਸਮ ਦਾ ਉੱਥੇ ਹੈਗਾ ਆ, ਇਹ ਮੋਰਚੇ ਵਾਲਿਆਂ ਨੇ, ਮੈਂ ਕਹਿੰਦਾ ਵੀ ਉਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ, ਪੰਜਾਬ ਦੀਆਂ ਮੰਗਾਂ ਨੇ ਉਹ, ਕਿਉਂਕਿ ਵਾਤਾਵਰਨ ਨਾਲ, ਲੋਕਾਂ ਦੀ ਸਿਹਤ ਨਾਲ ਤੁਸੀਂ ਸਮਝੌਤਾ ਨਹੀਂ ਕਰ ਸਕਦੇ। ਇਸ ਤਰ੍ਹਾਂ ਦਾ ਬਿਜ਼ਨਸ ਨਹੀਂ ਹੈਗਾ। ਕੋਰਟ ਵਿੱਚ ਵੀ ਜਿਹੜਾ ਜਾਣਾ ਆ ਇਸ ਗਰਾਊਂਡ ਤੇ ਇਹਨਾਂ ਨੂੰ ਤਾਂ ਮਿਲ ਸਕਦੀ ਹੈ, ਕਿਉਂਕਿ ਇਸ ਤਰ੍ਹਾਂ ਦਾ ਬਿਜ਼ਨਸ ਹੀ ਬਹੁਤ ਸਾਰੀਆਂ ਸਾਡੀਆਂ ਸਰਕਾਰਾਂ ਨੇ ਜਿਨ੍ਹਾਂ ਨੇ ਸ਼ਰਾਬ ਤੇ ਪੂਰਨ ਪਾਬੰਦੀ ਲਾਈ ਹੋਈ ਹੈ। ਅਸੀਂ ਜੰਮੂ ਜੀ ਤੋਂ ਵੀ ਕਮੈਂਟ ਲੈਣਾ ਚਾਹਾਂਗੇ। ਜੰਮੂ ਜੀ, ਅਸੀਂ ਪਹਿਲਾਂ ਦਰਸ਼ਕਾਂ ਨੂੰ ਜਿਹੜੀਆਂ ਮੰਗਾਂ ਨੇ ਉਹ ਦੱਸ ਦਿੰਦੇ ਆ, ਉਹਨਾਂ ਪਰ ਤੁਸੀਂ ਵਿਸਤਾਰ ਦੇ ਨਾਲ ਦੱਸ ਸਕਦੇ ਹੋ। ਪਹਿਲੀ ਮੰਗ ਜਿਹੜਾ ਕਿ ਨਹਿਰੀ ਪਾਣੀ ਮੁਹੱਈਆ ਕਰਾਇਆ ਜਾਵੇ, ਕਿਉਂਕਿ ਪਾਣੀ ਧਰਤੀ ਹੇਠਾਂ ਪੋਲਿਊਸ਼ਨ ਹੋ ਗਿਆ, ਕਾਫੀ ਪੋਲਿਊਟ ਹੋ ਚੁੱਕਿਆ। ਦੂਸਰੀ ਮੰਗ, ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ ਦੀ ਫੈਕਟਰੀ ਵੀ ਬੰਦ ਕਰਨ ਦੀ ਗੱਲ ਚੱਲ ਰਹੀ ਹੈ। ਜਿਹੜੇ ਪਰਚੇ ਹੋਏ ਸਨ ਜਿਨ੍ਹਾਂ ਲੋਕਾਂ ਦੇ ਉੱਪਰ, ਇਸ ਧਰਨੇ ਦੇ ਵਿੱਚੋਂ ਰੱਦ ਕੀਤੇ ਜਾਣ। ਅੱਗੇ ਜਿਹੜੀ ਗੱਲ ਕੀਤੀ ਗਈ ਆ ਉਹ ਕਿ ਜਿਹੜੇ ਮ੍ਰਿਤਕ ਪਰਿਵਾਰ ਨੇ ਉਹਨਾਂ ਨੂੰ ਮੁਆਵਜ਼ਾ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਵੇ। ਵਾਤਾਵਰਨ ਕਮੇਟੀ ਬਣੇ, ਜਿਹੜੀ ਕਿ ਅੱਗੇ ਕੋਈ ਵੀ ਅਜਿਹੀ ਫੈਕਟਰੀ ਲੱਗਣੀ ਆ ਤਾਂ ਉਹਦੀ ਮਨਜ਼ੂਰੀ ਕਮੇਟੀ ਦੇਵੇ। ਫੈਕਟਰੀ ਮਾਲਕ ਦੇ ਖਿਲਾਫ ਕਿ ਦੋਸ਼ੀ ਮੰਨਿਆ ਜਾਂਦਾ ਇਹ ਸਾਰੇ ਕਾਸੇ ਦਾ, ਉਹਦੇ ਖਿਲਾਫ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ। ਇਹਦੇ ਨਾਲ ਜਿਹੜਾ ਉਹਨਾਂ ਦਾ ਹੋਰ ਅੱਗੇ ਹੈ ਕਿ ਜਿਹੜੇ ਲੋਕ ਬਿਮਾਰ ਹੋਏ ਨੇ ਉਹਨਾਂ ਦਾ ਇਲਾਜ ਪੰਜਾਬ ਸਰਕਾਰ ਫ੍ਰੀ ਕਰੇ। ਕਿਵੇਂ ਵੇਖਦੇ ਹੋ ਜਿਹੜੀਆਂ ਮੰਗਾਂ ਨੂੰ, ਤੁਸੀਂ ਕਿਵੇਂ ਵੇਖਦੇ? ਦੇਖੋ ਬਲ ਸਾਹਿਬ, ਸਭ ਤੋਂ ਪਹਿਲੀ ਤਾਂ ਇਹ ਕਿਸਾਨ ਮੋਰਚੇ ਦੀ, ਕਿਸਾਨ ਅੰਦੋਲਨ ਦੀ ਇਹ ਬਹੁਤ ਵੱਡੀ ਜਿੱਤ ਹੈ, ਫੈਕਟਰੀ ਦਾ ਬੰਦ ਹੋ ਜਾਣਾ ਜੀ। ਇਹਦੇ ਨਾਲ ਕਈ ਮਸਲੇ ਨੇ ਤੇ ਜਿਹੜੀਆਂ 7-8 ਮੰਗਾਂ ਜਿਹੜੀਆਂ ਉਹਨਾਂ ਰੱਖੀਆਂ, ਇਹਨਾਂ 'ਚ 3 ਅਹਿਮ ਮੰਗਾਂ ਨੇ। ਇਹ ਨੰਬਰ 1 ਮੰਗ ਜਿਹੜੀ ਆ ਵੀ ਇਹ ਜਿਹੜੀ ਫੈਕਟਰੀ ਬੰਦ ਕਰਨ ਦਾ ਇਹ ਨੋਟੀਫਿਕੇਸ਼ਨ ਜਿੰਨਾ ਦੇਰ ਉੱਥੇ ਪਹੁੰਚਦਾ ਨਹੀਂ ਉਹਨਾਂ ਚਿਰ ਜਿਹੜੀ ਸਥਾਨਕ ਕਮੇਟੀ ਹੈ ਤੇ ਕਿਸਾਨ ਜਥੇਬੰਦੀਆਂ ਉਹ ਅੰਦੋਲਨ ਵਾਪਸ ਨਹੀਂ ਲੈਣਗੀਆਂ, ਉਹਨਾਂ ਚਿਰ ਧਰਨਾ ਉਹਨਾਂ ਦਾ ਜਾਰੀ ਰਹੇ ਜੀ। ਨੰਬਰ 2 ਉਹਨਾਂ ਦਾ ਹੈਗਾ ਵੀ ਜਿਹੜੇ ਕਿਸਾਨਾਂ ਦੇ ਖਿਲਾਫ ਕੇਸ ਬਣੇ ਆ ਉਹ ਕੇਸ ਵਿਡਰਾ ਹੋਣੇ ਚਾਹੀਦੇ ਜੀ। ਨੰਬਰ 3 ਮੁਆਵਜ਼ਾ ਮਿਲਣਾ ਚਾਹੀਦਾ। ਉਹਦੇ ਨਾਲ ਪਾਣੀ ਦੀ ਮੰਗ ਆ, ਪਾਣੀ ਦੀ ਜੈਨੂਨ ਮੰਗ ਆ, ਕਿਉਂਕਿ ਧਰਤੀ ਹੇਠਲਾ ਪਾਣੀ ਖਰਾਬ ਹੋ ਗਿਆ, ਬਹੁਤ ਸਾਰੇ ਏਰੀਆ ਦਾ ਖਰਾਬ ਹੋਇਆ। ਇਹ ਵੀ ਜਿੰਨੀਆਂ ਮੰਗਾਂ ਨੇ ਆਲਮੋਸਟ ਉਹਨਾਂ ਦੀਆਂ ਜੈਨੂਨ ਨੇ ਜੀ, ਵੀ ਇਹ ਮੰਗਾਂ ਦੀ ਭਰਪਾਈ ਹੋਣੀ ਚਾਹੀਦੀ ਹੈ। ਪਰ 3 ਮੰਗਾਂ ਮੇਨ ਨੇ। ਜਦੋਂ ਇਹ 3 ਮੰਗਾਂ ਪੂਰਤੀ ਹੋ ਗਈ, ਅੱਗੇ ਲਈ ਉਹ ਮਾਮਲੇ ਚੱਲਦੇ ਰਹਿਣਗੇ। ਉਹ ਕਦੋਂ ਹੋਣਗੀਆਂ ਉਹ ਇੱਕ ਡਿਫਰੈਂਟ ਸਟੋਰੀ ਹੈ। ਪਰ ਇੱਕ ਗੱਲ ਜਿਹੜੀ ਹੈ, ਇਹ ਪੰਜਾਬ ਵਿਧਾਨ ਸਭਾ ਦੀ ਇੱਕ ਕਮੇਟੀ ਬਣੀ ਸੀਗੀ ਸਾਲ 2008 ਦੇ ਵਿੱਚ ਜੀ। ਉਸ ਕਮੇਟੀ ਨੇ ਇੱਕ ਰਿਪੋਰਟ ਦਿੱਤੀ ਸੀਗੀ ਵੀ ਆਹ ਜਿਹੜੀਆਂ ਸ਼ਰਾਬ ਦੀਆਂ ਫੈਕਟਰੀਆਂ ਇਹ ਇੰਨਾ ਪ੍ਰਦੂਸ਼ਣ ਕਰ ਰਹੀਆਂ, ਇਹਨਾਂ ਦੇ STP ਪਲਾਂਟ ਲੱਗਣੇ ਚਾਹੀਦੇ, ਬਕਾਇਦਾ ਕਾਰਵਾਈ ਹੋਣੀ ਚਾਹੀਦੀ ਹੈ ਜੀ। ਉਹ ਜਿਹੜੀ ਰਿਪੋਰਟ ਆ ਵਿਧਾਨ ਸਭਾ 'ਚ ਪੇਸ਼ ਹੋਈ, ਉਸ ਰਿਪੋਰਟ ਦੇ ਬਾਰੇ ਕਿਸੇ ਨੇ ਕੁਝ ਨਹੀਂ ਕੀਤਾ। ਉਹ ਕਮੇਟੀ ਜਿਹੜੀ ਇੰਗਲੈਂਡ ਦੀਆਂ ਵੀ ਉਹਨੇ ਜਿਹੜੀਆਂ ਸਕੌਚ ਬਣਾਉਣ ਵਾਲੀਆਂ ਫੈਕਟਰੀਆਂ ਉਹਨਾਂ ਦਾ ਵੀ ਦੌਰਾ ਕੀਤਾ ਸੀ, ਉਹਨੇ ਕੰਪੈਰੀਜ਼ਨ ਕੀਤਾ ਵੀ ਉੱਥੇ ਕੀ ਹੈ ਤੇ ਸਾਡੇ ਇੱਥੇ ਕੀ ਹੈ। ਉਹ ਰਿਪੋਰਟ ਜਿਹੜੀ ਆ ਸਾਡੇ ਵਿਧਾਨ ਸਭਾ ਦਾ ਸ਼ਿੰਗਾਰ ਬਣ ਕੇ ਰਹਿ ਗਈ, ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਜੀ। ਜੇ ਕਾਰਵਾਈ ਉਦੋਂ ਹੀ ਕਰ ਲਈ ਜਾਂਦੀ ਤਾਂ ਹੁਣ ਜਿਹੜੇ ਆ ਦਿਨ ਦੇਖਣੇ ਨਹੀਂ ਸੀ ਪੈਣੇ। ਧਰਤੀ ਹੇਠਲਾ ਪਾਣੀ ਇੰਨਾ ਪੋਲਿਊਟ ਨਹੀਂ ਸੀ ਹੋਣਾ ਜੀ। ਹੋਰ ਵਾਤਾਵਰਨ ਦੀਆਂ, ਲੋਕਾਂ ਨੂੰ ਸਿਹਤ ਦੀਆਂ ਇਹ ਸਮੱਸਿਆਵਾਂ ਨਹੀਂ ਸੀ ਆਉਣੀਆਂ ਚਾਹੀਦੀਆਂ। ਹੁਣ ਜਿਹੜਾ ਇਹ ਮਾਮਲਾ ਉੱਠ ਪਿਆ, ਇਹਦੇ ਨਾਲ ਬਾਕੀ ਜਿਹੜੀਆਂ ਪੰਜਾਬ ਦੀਆਂ ਜਿਹੜੀਆਂ ਸ਼ਰਾਬ ਫੈਕਟਰੀਆਂ ਨੇ ਉਹ ਕਿੰਨਾ ਪ੍ਰਦੂਸ਼ਣ ਕਰ ਰਹੀਆਂ ਨੇ, ਕਿੰਨਾ ਕੁ ਵਾਤਾਵਰਨ ਨੂੰ ਖਰਾਬ ਕਰ ਰਹੀਆਂ ਨੇ, ਇਹ ਸਵਾਲ ਜਿਹੜਾ ਇਹ ਐਡਰੈਸ ਹੋਣਾ ਚਾਹੀਦਾ। ਬਾਕੀ ਜਿਹੜਾ ਬੁੱਢਾ ਨਾਲਾ ਜਾਂ ਜਲੰਧਰ ਦੇ ਵਿੱਚ ਜਿਹੜੀ ਟੈਨਰੀ ਹੈ ਜਾਂ ਜਿਹੜੀਆਂ ਹੋਰ ਮਿੱਲਾਂ ਨੇ ਉਹ ਕਿੰਨਾ ਕੁ ਵਾਤਾਵਰਨ ਪਲੀਤ ਕਰ ਰਹੀਆਂ, ਇਹ ਸਾਰੇ ਪਾਸੇ ਧਿਆਨ ਜਾਣਾ ਚਾਹੀਦਾ। ਲੋਕਾਂ ਦੀ ਸਿਹਤ ਦਾ ਮਾਮਲਾ, ਜੇ ਲੋਕਾਂ ਦੀ ਸਿਹਤ ਹੀ ਠੀਕ ਨਹੀਂ ਰਹੇਗੀ ਤੇ ਬਾਕੀ ਕੀ ਕਰਨਾ। ਰੁਜ਼ਗਾਰ ਠੀਕ ਹੈ, ਇਹੋ ਜਿਹੇ ਕਦਮ ਚੁੱਕਣੇ ਚਾਹੀਦੇ ਜਿਹਦੇ ਨਾਲ ਪੰਜਾਬ ਦੀ ਇੰਡਸਟਰੀ ਜਿਹੜੀ ਪੰਜਾਬ ਤੋਂ ਬਾਹਰ ਨਾ ਭੱਜੇ। ਪੰਜਾਬ ਨੂੰ ਜਦੋਂ ਵਾਜਪਾਈ ਸਾਹਿਬ ਦੀ ਸਰਕਾਰ ਸੀ, ਜਿਹੜੇ ਸਾਡੇ ਪਹਾੜੀ ਰਾਜ ਨੇ ਉਹਨਾਂ ਨੂੰ ਇਹ ਰਹਿਤਾਂ ਦੇਤੀਆਂ, ਟੈਕਸ ਤੋਂ ਛੋਟ ਦਿੱਤੀ, ਉਦੋਂ ਵੀ ਪੰਜਾਬ ਦੀ ਇੰਡਸਟਰੀ ਗਈ ਸੀਗੀ। ਫਿਰ ਹੋਰ ਕਈ ਕਿਸਮ ਦੀਆਂ ਰਹਿਤਾਂ ਮਿਲਦੀਆਂ ਰਹੀਆਂ, ਪੰਜਾਬ ਨੂੰ ਨਹੀਂ ਮਿਲੀਆਂ। ਪੰਜਾਬ ਨੇ ਬੜਾ ਜ਼ੋਰ ਲਾਇਆ ਕਿ ਅਸੀਂ ਇਹ ਜਿਹੜਾ ਬਾਰਡਰ ਸਟੇਟ ਆ ਸਾਨੂੰ ਵੀ ਕੋਈ ਰਹਿਤਾ ਦਿਓ, ਨਹੀਂ ਮਿਲੀਆਂ। ਇਸ ਕਰਕੇ ਇਹ ਸੈਂਸਿਟਿਵ ਸਵਾਲ ਹੈ ਕਿ ਪੰਜਾਬ ਦੀ ਇੰਡਸਟਰੀ ਪੰਜਾਬ ਤੋਂ ਬਾਹਰ ਨਹੀਂ ਜਾਣੀ ਚਾਹੀਦੀ, ਪਰ ਉਹਦੇ ਨਾਲ ਵੱਧ ਇੰਪੋਰਟੈਂਟ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਹੈਗੀ ਤੇ ਤਾਂ ਕਿ ਇਨਸ਼ੋਰ ਕਰਾਇਆ ਜਾਣਾ ਚਾਹੀਦਾ, ਯਕੀਨੀ ਬਣਾਇਆ ਜਾਣਾ ਚਾਹੀਦਾ ਵੀ ਇਹੋ ਜਿਹਾ ਪ੍ਰਦੂਸ਼ਣ ਜਿਹੜਾ ਕੋਈ ਇੰਡਸਟਰੀ ਨਾ ਪੈਦਾ ਕਰੇ ਜਿਹਦੇ ਨਾਲ ਲੋਕਾਂ ਦੀ ਸਿਹਤ ਦਾ ਖਿਲਵਾੜ ਹੁੰਦਾ ਹੋਵੇ, ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਹੋਣ। ਇਹ ਇਹਨਾਂ ਦਾ ਇਨਸ਼ੋਰ ਕਰਾਇਆ ਜਾਣਾ ਚਾਹੀਦਾ, ਯਕੀਨੀ ਬਣਾਇਆ ਜਾਣਾ ਚਾਹੀਦਾ। ਇਹ ਭਗਵੰਤ ਮਾਨ ਸਰਕਾਰ ਦੀ ਜ਼ਿੰਮੇਵਾਰੀ ਹੈ। ਇਹ ਠੀਕ ਹੈ, ਇਹਨਾਂ ਨੇ ਜਲਦਬਾਜ਼ੀ 'ਚ ਫੈਸਲਾ ਕੀਤਾ, ਹਾਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਸੀਗਾ। ਇਹ ਵੀ ਕਿਹਾ ਜਾਂਦਾ ਕਿ ਜਲੰਧਰ ਦੀ ਜਿਮਨੀ ਚੋਣ ਆ ਜਾਣੀ ਸੀ,
ਇਸ ਕਰਕੇ ਵੀ ਹੈ ਜਾਂ ਕਈ ਹੋਰ ਗੱਲਾਂ ਕਿਆਸ ਕਾਫੀ ਲਾਏ ਜਾ ਰਹੇ ਹਾਂਜੀ। ਪਰ ਇਸ ਮਾਮਲੇ ਨੂੰ ਦੇਖਣਾ ਚਾਹੀਦਾ ਸੀਗਾ। ਹੁਣ ਇਹਦੇ ਬਾਰੇ ਵੀ ਫੈਕਟਰੀ ਬੰਦ ਹੋਣ ਬਾਰੇ ਕਿੱਥੇ ਆਰਡਰ ਨੇ, ਇਹਦੇ ਬਾਰੇ ਸਵਾਲ ਖੜੇ ਕੀਤੇ ਜਾ ਰਹੇ। ਪਰ ਇਹ ਵੀ ਕਿਹਾ ਜਾਂਦਾ ਵੀ 15 ਦਸੰਬਰ ਤੋਂ ਬਾਅਦ ਇਸ ਫੈਕਟਰੀ ਦਾ ਜੀਰਾ ਫੈਕਟਰੀ ਦਾ ਜਿਹੜਾ ਲਾਇਸੈਂਸ ਆ ਉਹ ਰੀਨਿਊ ਨਹੀਂ ਹੋਇਆ ਜੀ। ਤੇ ਇਹ ਸਾਰੀਆਂ ਗੱਲਾਂ ਜੋੜ ਕੇ ਹੀ ਫੈਕਟਰੀ ਬੰਦ ਕਰਨ ਦਾ ਫੈਸਲਾ ਜਿਹੜਾ ਉਹ ਲਿਆ ਗਿਆ। ਦੇਰ ਆਇਦ ਦੁਰਸਤ ਆਇਦ, ਸਰਕਾਰ ਨੇ ਫੈਸਲਾ ਲੈ ਲਿਆ, ਠੀਕ ਹੈ, ਇਹਨੂੰ ਲਾਗੂ ਕਰਨਾ ਚਾਹੀਦਾ ਤੇ ਤਾਂ ਕਿ ਕਿਸਾਨ ਜਿਹੜਾ ਆਪਣਾ ਧਰਨਾ ਉੱਥੋਂ ਚੁੱਕਣ। ਉਹਨਾਂ ਲਈ ਵੀ ਇੱਕ ਵੱਡੀ ਜਿਹੜੀ ਹੈ ਅੰਦੋਲਨਕਾਰੀਆਂ ਲਈ ਇਹ ਜਿੱਤ ਹੈ। ਉਸ ਤੋਂ ਬਾਅਦ ਉਹਨਾਂ ਨੇ ਅੱਗੇ ਜਾਣਾ, 26 ਨੂੰ ਜੀਂਦ ਜਾਣਾ, ਹੋਰ ਥਾਵਾਂ ਤੇ ਰੈਲੀਆਂ ਕਰਨੀਆਂ, ਉਸ ਪਾਸੇ ਵੱਲ ਵਧਣ। ਖੈਰ ਇਹਦੇ ਨਾਲ ਪੰਜਾਬ ਦਾ ਇੱਕ ਚੰਗਾ ਜਿਹੜਾ ਮਾਹੌਲ ਬਣ ਸਕਦਾ। ਪਰ ਜਿਹੜੇ ਬਾਕੀ ਇੰਡਸਟਰੀ ਆ ਉਹਨੂੰ ਵੀ ਯਕੀਨ ਦਿਵਾਉਣ ਲਈ ਇੱਕ ਇਹ ਕਰਨਾ ਚਾਹੀਦਾ ਪੰਜਾਬ ਸਰਕਾਰ ਨੂੰ ਜਿਹਦੇ ਵਿੱਚ ਕਿਸਾਨ ਜਥੇਬੰਦੀਆਂ ਵੀ ਹੋਣ, ਜਿਹਦੇ ਵਿੱਚ ਵਾਤਾਵਰਣ ਪ੍ਰੇਮੀ ਵੀ ਹੋਣ, ਜਿਹਦੇ ਵਿੱਚ ਇੰਡਸਟਰੀਲਿਸਟ ਵੀ ਹੋਣ, ਐਂਟਰਪ੍ਰੈਨਿਓਰ ਵੀ ਹੋਣ। ਉਹਨਾਂ ਸਾਰਿਆਂ ਦੀ ਇੱਕ ਕਮੇਟੀ ਜਿਹੜੀ ਆ ਪੰਜਾਬ ਲੈਵਲ ਦੀ ਬਣਾਈ ਜਾਣੀ ਚਾਹੀਦੀ ਹੈ ਜਿਹਦੇ ਵਿੱਚ ਸਾਰੇ ਇਸ਼ੂ ਜਿਹੜੇ ਐਡਰੈਸ ਹੋਣ, ਜਿਹਦੇ ਵਿੱਚ ਇੰਡਸਟਰੀ ਦਾ ਵੀ ਇਸ਼ੂ ਐਡਰੈਸ ਹੋਵੇ, ਜਿਹਦੇ ਵਿੱਚ ਕਿਸਾਨਾਂ ਦਾ ਵੀ, ਜਿਹਦੇ ਵਿੱਚ ਵਾਤਾਵਰਣ ਦਾ ਵੀ। ਜੇ ਉਹ ਇਹੋ ਜਿਹੇ ਕਦਮ ਚੁੱਕੇ ਜਾਣਗੇ ਤਾਂ ਮੇਰਾ ਖਿਆਲ ਇੱਕ ਚੰਗਾ ਵਾਤਾਵਰਣ ਜਿਹੜਾ ਇੱਕ ਚੰਗਾ ਮਾਹੌਲ ਬਣੇਗਾ ਜਿਹਦੇ ਨਾਲ ਇੰਡਸਟਰੀ ਭੱਜੇਗੀ ਨਹੀਂ, ਬਾਹਰੋਂ ਹੋਰ ਇੰਡਸਟਰੀ ਵੀ ਆ ਸਕਣ ਦੇ ਇਹ ਸੰਭਾਵਨਾ ਪੈਦਾ ਹੋ ਮੌਕੇ ਹੋਣਗੇ ਜੀ। ਅਸੀਂ ਅਗਲੇ ਜਿਹੜਾ ਸਵਾਲ ਆ ਉਹ ਲੈਂਦੇ ਆ ਡਾਕਟਰ ਖੁਸ਼ਹਾਲ ਜੀ ਤੋਂ। ਡਾਕਟਰ ਸਾਹਿਬ, ਜਿਵੇਂ ਮੋਰਚਿਆਂ ਦੀ ਗੱਲ ਕੀਤੀ ਜਾਵੇ ਤਾਂ ਬਾਈਬਲ ਕਲਾ ਦੇ ਵਿੱਚ ਵੀ ਮੋਰਚਾ ਲੱਗਿਆ ਹੋਇਆ, ਜਿਹੜੇ ਸ਼ਹੀਦ ਪਰਿਵਾਰ ਉਹਨਾਂ ਦੇ ਵਾਰਸਾਂ ਦੇ ਵੱਲੋਂ ਲੱਗਿਆ ਹੋਇਆ ਮੋਰਚਾ ਕਾਫੀ 7 ਸਾਲ ਤੋਂ ਉੱਪਰ ਸਮਾਂ ਹੋ ਚੁੱਕਿਆ ਹੈ। ਅਸੀਂ ਹੁਣ ਵੇਖਿਆ ਕਿ ਮੋਹਾਲੀ ਦੇ ਵਿੱਚ ਵੀ ਕੌਮੀ ਇਨਸਾਫ ਮੋਰਚਾ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਅਤੇ ਬੰਦੀ ਸਿੰਘਾਂ ਨੂੰ ਲੈ ਕੇ ਜਥੇਦਾਰ ਹਵਾਰਾ ਦੇ ਵੱਲੋਂ ਜਿਹੜਾ ਸੰਦੇਸ਼ ਦੀ ਉਹਨੂੰ ਲੈ ਕੇ ਜਿਹੜਾ ਲੱਗਿਆ ਹੋਇਆ। ਕਿਵੇਂ ਵੇਖਦੇ ਹੋ ਸਰਕਾਰ ਜਿੱਥੇ ਕਿ ਜਿਹੜੇ ਮੋਰਚੇ ਆ ਉਹਨਾਂ ਦਾ ਸਾਹਮਣਾ ਕਰ ਰਹੀ ਹੈ ਤੇ ਇਨਸਾਫ ਦਿਵਾਉਣ ਦੀਆਂ ਵੀ ਗੱਲਾਂ ਕਰ ਰਹੇ ਆ, ਇੱਕ ਮੋਰਚਾ ਹੋਰ ਜਿਹੜਾ ਲੱਗ ਚੁੱਕਿਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਸਲੇ ਦੇ ਉੱਪਰ ਹੀ ਇਨਸਾਫ ਦਿਵਾਉਣ ਦੇ ਲਈ, ਇਸ ਮੋਰਚੇ ਨੂੰ ਤੁਸੀਂ ਕਿਵੇਂ ਵੇਖ ਰਹੇ ਹੋ ਦੂਸਰੇ ਮੋਰਚੇ ਨਾਲੋਂ ਨਿਖੇੜ ਕੇ? ਇਸ ਤਰ੍ਹਾਂ ਬਲ ਸਾਹਿਬ ਜੀ, ਜਿਹੜਾ ਮੋਰਚਿਆਂ ਦਾ ਪੰਜਾਬ ਦੇ ਵਿੱਚ ਮਾਹੌਲ ਚੱਲਿਆ ਹੋਇਆ ਇਹਦਾ ਸਾਰੇ ਦੇ ਪਿਛੋਕੜ ਵਿੱਚ ਸਾਡਾ ਜਿਹੜਾ ਕਿਸਾਨ ਸੰਘਰਸ਼ ਹੀ ਅਸੀਂ ਕਹਿ ਸਕਦੇ ਹਾਂ ਜੀ। ਤੇ ਜਿਹੜਾ ਕਿਸਾਨ ਸੰਘਰਸ਼ ਤੋਂ ਬਾਅਦ ਜਿੰਨਾ ਵੀ ਸਮਾਂ ਅਸੀਂ ਦੇਖਦੇ ਹਾਂ ਇਹਦੇ ਵਿੱਚ ਪੰਜਾਬ ਦੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ, ਧਾਰਮਿਕ ਜਥੇਬੰਦੀਆਂ ਨੇ, ਸਮਾਜਿਕ ਹੋਰ ਜਥੇਬੰਦੀਆਂ ਨੇ ਜੀ, ਉਹਨਾਂ ਦੀ ਕਿਤੇ ਰੈਲੇਵੈਂਸ ਘਟਦੀ ਜਾ ਰਹੀ ਸੀ ਕਿਉਂਕਿ ਉਹ ਜਿਹੜੇ ਓਵਰਸ਼ੈਡੋ ਕਰ ਗਿਆ ਸੀ ਕਿਸਾਨਾਂ ਦਾ ਜਿਹੜਾ ਮੋਰਚਾ ਆ ਤੇ ਉਹਦੇ ਨਾਲ ਆਪੋ ਆਪਣੀ ਹੋਂਦ ਦਾ ਜਿਹੜਾ ਆ ਇੱਕ ਪਛਾਣ ਦਾ ਜਿਹੜਾ ਆ ਸੰਕਟ ਵੀ ਇਹਨਾਂ ਸਾਰੀਆਂ ਜਥੇਬੰਦੀਆਂ ਵਾਸਤੇ ਖੜਾ ਸੀਗਾ ਜੀ। ਇਹਨਾਂ ਦਾ ਮੁੱਦਾ ਭਾਵੇਂ 2015 ਤੋਂ ਹੈਗਾ ਆ, ਕੋਈ ਐਡਰੈਸ ਨਹੀਂ ਹੋਇਆ ਇਹਨਾਂ ਦਾ ਮੁੱਦਾ, ਸਰਬੱਤ ਖਾਲਸਾ ਤੋਂ ਆਏ, ਲੇਕਿਨ ਇਹਨਾਂ ਦੀ ਲੀਡਰਸ਼ਿਪ ਦੇ ਉੱਤੇ ਸਵਾਲ ਹੈ ਜਿਹੜੇ ਹਮੇਸ਼ਾ ਹੀ ਭਾਵੇਂ ਬਰਗਾੜੀ ਹੋਵੇ, ਭਾਵੇਂ ਚੰਬਾ ਹੋਵੇ, ਭਾਵੇਂ ਇੱਥੇ ਹੋਵੇ, ਇਹ ਉੱਠਦੇ ਰਹੇ ਆ ਕਿਉਂਕਿ ਉਹ ਸਾਰੇ ਉਹ ਲੀਡਰ ਨੇ ਜਿਹੜੇ ਕਿਸੇ ਨਾ ਕਿਸੇ ਰੂਪ ਵਿੱਚ 1985 ਤੋਂ ਬਾਅਦ ਪੰਥਕ ਸਫਾ ਦੇ ਵਿੱਚ ਵਿਚਰਦੇ ਰਹੇ ਆ, ਕੋਈ ਨਵੇਂ ਲੀਡਰ ਨਹੀਂ ਹੈਗੇ। ਲੋਕਾਂ ਨੂੰ ਇਹਨਾਂ ਦੀ ਲੀਡਰਸ਼ਿਪ ਦੇ ਵਿੱਚ ਕੋਈ ਇਤਿਹਾਸ ਬਹੁਤ ਵੱਡਾ ਨਹੀਂ ਹੈਗਾ ਕਿ ਇਹਨਾਂ ਨੇ ਕੋਈ ਮੋਰਚਾ ਜਿੱਤ ਕੇ ਜਾਂ ਕੋਈ ਪੰਥ ਦੇ ਵਾਸਤੇ ਜਾਂ ਸਮਾਜ ਵਾਸਤੇ ਕੁਝ ਕੀਤਾ ਹੋਵੇ, ਇਸ ਤਰ੍ਹਾਂ ਦੀ ਤੇ ਗੱਲ ਹੈ ਨਹੀਂਗੀ। ਲੇਕਿਨ ਲੋਕਾਂ ਦੀ ਨਿਰਾਸ਼ਾ ਜ਼ਰੂਰ ਹੈ, ਖਲਾਅ ਜ਼ਰੂਰ ਹੈ। ਜਦੋਂ ਕਿਸੇ ਫੀਲਡ 'ਚ ਖਲਾਅ ਹੋਵੇ ਤਾਂ ਉਹ ਬੇਚੈਨੀ ਹੁੰਦੀ ਆ। ਉਹ ਬੇਚੈਨੀ ਸਾਨੂੰ ਬਰਗਾੜੀ ਵੀ ਦਿਸੀ ਹੈ, ਉਹ ਬੇਚੈਨੀ ਜਦੋਂ ਦੀਪ ਸਿੱਧੂ ਮਰਦਾ ਹੈ ਉਦੋਂ ਵੀ ਉਹਦੇ ਭੋਗ ਤੇ ਵੀ ਦਿਸਦੀ ਆ, ਉਹ ਮੂਸੇ ਵਾਲੇ ਤੇ ਵੀ ਦਿਸਦੀ ਹੈ। ਉਹ ਜਿਹੜੇ ਲੋਕ ਨੇ ਉਹਨਾਂ ਨੂੰ ਕਿਤੋਂ ਉਮੀਦ ਨਹੀਂ ਲੱਗ ਰਹੀ ਤੇ ਉਹਦੇ ਵਿੱਚੋਂ ਇਹ ਜਿਹੜੇ ਲੀਡਰਾਂ ਨੇ ਸੋਚੇ, ਕਿਉਂਕਿ ਅਸੀਂ ਦੇਖਿਆ ਕਿ ਕਾਫੀ ਸਮੇਂ ਤੋਂ ਸੁਖਰਾਜ ਦਾ ਮੋਰਚਾ ਜਿਹੜਾ ਲੱਗਿਆ ਹੋਇਆ ਬਰਗਾੜੀ ਵਿਖੇ, ਉਹਦਾ ਆਪਣਾ ਜਿਹੜਾ ਇੱਕ ਪਰਿਵਾਰਕ ਮਸਲਾ ਵੀ ਹੈ ਕਿਉਂਕਿ ਪਰਿਵਾਰ ਦੇ ਵਿਅਕਤੀ ਸ਼ਹੀਦ ਹੋਏ ਆ, ਉਹਦਾ ਆਪਣਾ ਇੰਟਰਸਟ ਜ਼ਿਆਦਾ ਆ, ਉੱਥੇ ਲੱਗਿਆ ਹੋਇਆ ਆ। ਉਹਦੇ ਤੇ ਅਸੀਂ ਇਹ ਗੱਲਾਂ ਸਾਰੀਆਂ ਨਹੀਂ ਕਹਿ ਸਕਦੇ, ਲੇਕਿਨ ਜਿਹੜੇ ਇੱਥੇ ਮੋਰਚਾ ਲੱਗਿਆ ਆ, ਵੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕੋਸ਼ਿਸ਼ ਕੀਤੀ ਬੰਦੀ ਸਿੰਘਾਂ ਦੇ ਮਸਲੇ ਨੂੰ ਪਾਰਲੀਮੈਂਟ ਦੇ ਇਲੈਕਸ਼ਨ ਨਾਲ ਜੋੜ ਕੇ ਵੀ ਉਹਨਾਂ ਨੇ ਚਲਾਇਆ। ਉਹਨਾਂ ਨੇ ਪੰਜਾਬ ਦੇ ਵਿੱਚ ਵੀ ਕੋਸ਼ਿਸ਼ ਕੀਤੀ, ਕੰਪੇਨ ਕੀਤੀ ਜਿਹੜੇ ਦਸਤਖਤ ਕਰਾਉਣ ਦੀ, ਪਰੰਤੂ ਜਿਸ ਪੱਧਰ ਤੇ ਉਹਨਾਂ ਨੂੰ ਸਹਿਯੋਗ ਦੀ ਆਸ ਸੀ ਉਹ ਸਹਿਯੋਗ ਨਹੀਂ ਮਿਲਿਆ। ਸਿਰਫ ਉਹ ਜਿਹੜੇ ਉਹਨਾਂ ਦੇ ਕਰਮਚਾਰੀ ਆ ਸ਼੍ਰੋਮਣੀ ਕਮੇਟੀ ਦੇ ਜਾਂ ਅਕਾਲੀ ਦਲ ਦੇ ਜੋ ਇੱਕ ਵਰਕਰ ਹੈ ਉਹਨਾਂ ਤੱਕ ਉਹਨਾਂ ਦਾ ਵੀ ਉਤਸ਼ਾਹ ਨਹੀਂ ਦੇਖਿਆ ਗਿਆ ਉਹਦੇ ਵਿੱਚ। ਤੇ ਉਹ ਅਕਾਲੀ ਦਲ ਆਪਣੀ ਜਿਹੜੀ ਹੈ ਖੁੱਸ ਚੁੱਕੀ ਸਿਆਸੀ ਜ਼ਮੀਨ ਹੈ। ਇੱਥੇ ਇੱਕ ਸਵਾਲ ਜਿਹੜਾ ਮੈਂ ਤੁਹਾਨੂੰ ਰੋਕ ਕੇ ਕਰਨਾ ਚਾਹੁੰਦਾ, ਜਿਵੇਂ ਤੁਸੀਂ ਕਿਹਾ ਕਿ ਉਹ ਜਿਹੜੇ ਲੋਕ ਜਿਹੜੇ 84 ਤੋਂ ਬਾਅਦ ਸਰਗਰਮ ਰਹੇ ਨੇ ਸਿੱਖ ਰਾਜਨੀਤੀ ਦੇ ਵਿੱਚ, ਪਰ ਇਸ ਮੋਰਚੇ ਦੇ ਵਿੱਚ ਖਾਸੀਅਤ ਇਹ ਦਿਖੀ ਹੈ ਕਿ ਉਹ ਲੋਕ ਜਿਹੜੇ ਕਿ ਅਗਵਾਈ ਕਰਦੇ ਸਨ ਉਹਨਾਂ ਨੂੰ ਸਵਾਲ ਵੀ ਜਿਹੜੇ ਇਸ ਮੋਰਚੇ ਦੇ ਵਿੱਚ ਹੀ ਕੀਤੇ ਜਾ ਰਹੇ ਨੇ, ਵਿਰੋਧ ਦਾ ਸਾਹਮਣਾ ਵੀ ਜਿਹੜਾ ਹੋ ਰਿਹਾ। ਇਸ ਵਿਲੱਖਣਤਾ ਨੂੰ ਕਿਵੇਂ ਵੇਖਦੇ ਹੋ? ਬਿਲਕੁਲ ਜੀ, ਇਹ ਤਾਂ ਵੇਖੋ ਜਿਹੜੇ ਮੋਰਚੇ ਦੇ ਪ੍ਰਬੰਧਕ ਨੇ ਉਹਨਾਂ ਦੇ ਆਪਣੇ ਕਈ ਗੱਲਾਂ ਤੇ ਉਹ ਆਪ ਹੀ ਸਪਸ਼ਟ ਨਹੀਂ ਹੈਗੇ ਜੀ।
ਦੇਖੋ ਉਹ ਜੇ ਪੰਜਾਬ ਦੇ ਵਿੱਚ ਮੋਰਚਾ ਜਿਹੜੇ ਮੁੱਦਿਆਂ ਤੇ ਉਹਨਾਂ ਨੇ ਮੋਰਚਾ ਲਾਇਆ ਆ ਉਹ ਪੰਜਾਬ ਨਾਲ ਉਸ ਤਰ੍ਹਾਂ ਕੋਈ ਵਾਹ ਵਾਸਤਾ ਰੱਖਦੇ ਹੀ ਨਹੀਂ। ਪੰਜਾਬ ਸਰਕਾਰ ਵੱਧ ਤੋਂ ਵੱਧ ਕੀ ਕਰ ਸਕਦੀ, ਜੇ ਸਾਰੀ ਗੱਲ ਉਹਨਾਂ ਦੀ ਮੰਨ ਲੇ ਤਾਂ ਉਹ ਤਾਂ ਸਿਰਫ ਮਤਾ ਪਾਸ ਕਰ ਸਕਦੀ ਹੈ ਇੱਕ ਜੀ। ਤੇ ਉਹ ਮਤਾ ਤਾਮਿਲਨਾਡੂ 'ਚ ਵੀ ਪਾਸ ਹੋਇਆ ਸੀਗਾ ਤੇ ਉਹ ਗਵਰਨਰ ਨੇ ਨਹੀਂ ਭੇਜਿਆ। ਜੇ ਕਰੇ ਮਤਲਬ ਭਗਵੰਤ ਸਰਕਾਰ ਇਹ ਤੇ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਉਹਦੇ ਹੱਕ 'ਚ ਬੰਦੀ ਸਿੰਘਾਂ ਨੂੰ ਛੱਡਣ ਦਾ ਜਾਂ ਜੋ ਕਹਿੰਦੇ ਹੈਗੇ ਆ ਮੋਰਚੇ ਵਾਲੇ ਉਹ ਕਹਿ ਵੀ ਦੇਵੇ ਤਾਂ ਉਹਦੇ ਨਾਲ ਜਿਹੜਾ ਆ ਮਸਲਾ ਹੱਲ ਨਹੀਂ ਹੋਣਾ ਹੈਗਾ, ਕਿਉਂਕਿ ਉਹ ਗਵਰਨਰ ਦੀ ਮਰਜ਼ੀ ਆ ਭੇਜ। ਪਹਿਲਾਂ ਵੀ ਗਵਰਨਰ ਸਾਹਿਬ ਨੇ ਕਈ ਜਿਹੜੇ ਆ ਵਿਧਾਨ ਸਭਾ ਦੇ ਮਤੇ ਨਹੀਂ ਭੇਜੇ ਉੱਤੇ, ਉਹ ਭੇਜੇ ਨਾ ਭੇਜੇ, ਇੱਕ ਤਾਂ ਇਹ ਮਸਲਾ ਹੈਗਾ। ਦੂਸਰਾ ਹੈਗਾ ਕਿ ਜਿਹੜਾ ਵੱਡੀ ਇੱਕ ਮੰਗ ਹੈਗੀ 328 ਸਰੂਪਾਂ ਦੀ, ਉਹ ਸਰਕਾਰ ਨਾਲ ਸੰਬੰਧਿਤ ਨਹੀਂ ਰੱਖਦੀ, ਉਹ ਤੇ ਸੰਬੰਧ ਹੀ ਰੱਖਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ। ਮੇਰੇ ਇਹ ਸਮਝ 'ਚ ਨਹੀਂ ਆਈ ਜਦੋਂ ਤੁਸੀਂ ਸ਼੍ਰੋਮਣੀ ਕਮੇਟੀ ਤੋਂ ਹਿਸਾਬ ਲੈਣਾ ਹੈ 328 ਸਰੂਪਾਂ ਦਾ ਤੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੱਦਾ ਪੱਤਰ ਕਿਉਂ ਭੇਜਿਆ ਗਿਆ ਇਹਦੇ ਵਾਸਤੇ? ਜਦੋਂ ਉਹ ਧਿਰ ਹੈ ਜਿੰਨਾ ਚਿਰ ਉਹ ਉਹਨਾਂ ਨੇ ਜਿਹੜੀ ਰਿਪੋਰਟ ਆ ਉਹ ਵੀ ਪਬਲਿਕ ਜਨਤਕ ਨਹੀਂ ਕੀਤੀ। ਜਿਹੜੇ ਇਸ਼ੂ ਨੇ ਉਹ ਸ਼੍ਰੋਮਣੀ ਕਮੇਟੀ ਦੇ ਖਿਲਾਫ ਜਿਹੜੇ ਬਣਦੇ ਜ਼ਿਆਦਾ ਪੰਜਾਬ ਸਰਕਾਰ ਦੇ ਖਿਲਾਫ ਤਾਂ ਬਣਦੇ ਨਜ਼ਰ ਨਹੀਂ ਆਉਂਦੇ। ਉਹ ਜਿਹੜੇ ਸਾਰੇ ਮਸਲੇ ਆ ਸਿੱਧੇ ਉਹ ਸ਼੍ਰੋਮਣੀ ਕਮੇਟੀ ਨਾਲ ਹੈ ਤੇ ਸ਼੍ਰੋਮਣੀ ਕਮੇਟੀ ਦੇ ਬਾਰੇ ਇਹ ਹਵਾਰਾ ਇੱਕ ਇਹਨਾਂ ਦੇ ਜਿਹੜੀ ਲੀਡਰਸ਼ਿਪ ਹੈ ਉਹਨਾਂ ਨੇ ਇੱਕ ਹੋਰ ਜਿਹੜਾ ਸਵਾਲ ਹਾਲੇ ਤੱਕ ਐਡਰੈਸ ਨਹੀਂ ਕੀਤਾ। ਉਹ ਇਹਦੇ ਨਾਲ ਇਹ ਵੀ ਕਹਿੰਦੇ ਆ ਸਾਰਿਆਂ ਨੂੰ ਵੀ ਜਿਹਨੇ ਸਾਨੂੰ ਸਮਰਥਨ ਦੇਣਾ ਆ ਉਹ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਵੀ ਅਕਾਲ ਤਖਤ ਦਾ ਮੰਨੋ। ਹੁਣ ਇਹ ਜਥੇਦਾਰ ਦਾ ਇੱਕ ਪ੍ਰੋਸੈਸ ਹੈ ਆਪਣਾ ਬਣਾਉਣਾ, ਉਹ ਪੰਥ ਨੇ ਇੱਕ ਸਰਬੱਤ ਖਾਲਸਾ ਦੀ ਇਸ਼ੂ ਹੈਗਾ ਆ, ਉਹਦੇ 'ਚ ਬਕਾਇਦਾ ਤੌਰ ਤੇ ਮਤੇ ਪਾਏ ਜਾਂਦੇ ਆ। ਪਹਿਲਾਂ ਲੋਕਾਂ ਨੂੰ ਦੱਸਿਆ ਜਾਂਦਾ ਕਿ ਅਸੀਂ ਆਹ ਪੈਨਲ ਦੇ ਵਿੱਚੋਂ ਚੁਣਨਾ ਆ, ਤੁਸੀਂ ਆਪਣੀਆਂ ਰਾਏ ਦੱਸੋ। ਇਹ ਪੈਨਲ ਤਾਂ ਇਹਨਾਂ ਨੇ ਪਾਸ ਨਹੀਂ। ਇੱਕ ਜਿਹੜਾ ਜਥੇਦਾਰ ਆ ਪ੍ਰਕਾਸ਼ ਸਿੰਘ ਬਾਦਲ ਦੀ ਜੇਬ ਚੋਂ ਨਿਕਲ ਆਇਆ, ਦੂਸਰਾ ਜਥੇਦਾਰ ਜਿਹੜਾ ਆ ਉਹ ਸਿਮਰਜੀਤ ਮਾਨ ਦੀ ਜੇਬ ਚੋਂ ਨਿਕਲ ਆਇਆ। ਇਹ ਪੰਥ ਦੇ ਜਥੇਦਾਰ ਜੇਬਾਂ ਚੋਂ ਨਾ ਨਿਕਲਣ, ਪੰਥ ਦੇ ਹੋਣ, ਇਹਦੇ ਵਾਸਤੇ ਕੋਈ ਵਿਧੀ ਵਿਧਾਨ ਤਿਆਰ ਕਰਨਾ ਚਾਹੀਦਾ ਆ। ਮੈਂ ਪਰਸਨਲ ਤੌਰ ਤੇ ਜਗਤਾਰ ਸਿੰਘ ਦਾ ਕੋਈ ਵਿਰੋਧੀ ਨਹੀਂ ਹੈਗਾ, ਪਰ ਜਿਸ ਤਰੀਕੇ ਨਾਲ ਤੁਸੀਂ ਢੰਗ ਜਿਹੜਾ ਵਿਰੋਧ ਕਰ ਰਹੇ ਹੋ ਹਰਪ੍ਰੀਤ ਦਾ ਤੇ ਉਹੀ ਤਰੀਕਾ ਤੁਸੀਂ ਆਪ ਜਿਹੜਾ ਆ ਅਪਣਾ ਰਹੇ ਹੋ। ਇਹਦੇ ਵਿੱਚ ਜਿਹੜਾ ਆ ਇਸ ਮੁੱਦੇ 'ਤੇ ਤੁਸੀਂ ਬੰਦੀ ਸਿੰਘਾਂ ਨੂੰ ਛਡਾਉਣਾ ਹੈ ਤੇ ਐਵੇਂ ਦੀਆਂ ਸ਼ਰਤਾਂ ਨਹੀਂ ਰੱਖਣੀਆਂ ਚਾਹੀਦੀਆਂ। ਉਹਨਾਂ ਨੇ ਇਹ ਵੀ ਸ਼ਰਤ ਰੱਖੀ ਆ, ਮੰਨ ਲਓ ਮੇਰਾ ਜੀ ਕਰਦਾ ਆ ਮੈਂ ਉੱਥੇ ਜਾ ਕੇ ਇਹ ਮੋਰਚੇ ਦੀ ਹਮਾਇਤ ਕਰਾਂ, ਲੇਕਿਨ ਮੇਰਾ ਵੱਖਰਾ ਵਿਚਾਰ ਹੈ ਵੀ ਜਥੇਦਾਰ ਹਵਾਰਾ ਨੂੰ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ, ਕਿ ਉਸ ਪ੍ਰੋਸੈਸ 'ਚ ਆਇਆ। ਕਿੱਡਾ ਵੱਡਾ ਸੰਕਟ ਹੈ। ਕੋਈ ਜਿਹੜਾ ਬੰਦੀ ਸਿੰਘਾਂ ਨੂੰ ਹਰੇਕ ਸਿੱਖ ਚਾਹੁੰਦਾ ਆ ਕਿ ਉਹਨਾਂ ਦੀ ਰਿਹਾਈ ਹੋਵੇ, ਕੋਈ ਸਿੱਖ ਨਹੀਂ ਚਾਹੁੰਦਾ ਕਿ ਬੰਦੀ ਸਿੰਘਾਂ ਦੀ ਰਿਹਾਈ ਨਾ ਹੋਵੇ। ਮੁੱਦੇ ਸਾਰੇ ਤੁਸੀਂ ਕੀ ਦੇਖਦੇ ਹੋ ਇਸ ਮਸਲੇ ਦੇ ਉੱਪਰ, ਤੁਸੀਂ ਕੀ ਕਮੈਂਟ ਕਰਨਾ ਚਾਹੋਗੇ? ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜੇ ਮੋਰਚੇ ਲੱਗ ਰਹੇ ਆ ਇਹ ਠੀਕ ਨੇ ਜਾਂ ਕੋਈ ਹੋਰ ਜਿਹੜਾ ਰਾਹ ਉਹ ਵੀ ਲੱਭਿਆ ਜਾ ਸਕਦਾ? ਦੇਖੋ ਮੈਂ ਬਹੁਤ ਸਾਰੀਆਂ ਗੱਲਾਂ ਨਾਲ ਤਾਂ ਪ੍ਰੋਫੈਸਰ ਸਾਹਿਬ ਨਾਲ ਸਹਿਮਤ ਹਾਂ ਵੀ ਜਿਹੜਾ ਮੋਰਚਾ ਲੱਗਣਾ ਚਾਹੀਦਾ, ਜਿਹੜਾ SGPC ਦੇ ਖਿਲਾਫ ਲੱਗਣਾ ਚਾਹੀਦਾ, ਉਹ ਤੋਂ ਦਰਬਾਰ ਸਾਹਿਬ ਦੇ ਨੇੜੇ ਲੱਗਣਾ ਚਾਹੀਦਾ। ਉੱਥੇ ਲੱਗਿਆ ਹੋਇਆ ਵੀ ਹੈ, ਬਡਾਲਾ ਜੀ ਨੇ ਲਾਇਆ ਹੋਇਆ ਵੀ, ਉਹ ਉੱਥੇ ਲੱਗਣਾ ਚਾਹੀਦਾ ਤਾਂ ਕਿ ਜਿਹੜੇ ਸਰੂਪ ਨੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ 328 ਸਰੂਪਾਂ ਦਾ ਮਾਮਲਾ ਉਹ ਤਾਂ ਉੱਥੇ ਲੱਗਣਾ ਚਾਹੀਦਾ। ਦੂਜਾ ਜਿਹੜਾ ਕੇਂਦਰ ਸਰਕਾਰ ਨਾਲ ਜੁੜਿਆ ਮਾਮਲਾ, ਇਹ ਦੋਨੇ ਮਾਮਲੇ ਜਿਹੜੇ ਆ ਡਿਫਰੈਂਟ ਥਾਵਾਂ ਦੇ ਉੱਪਰ ਨੇ। ਇਹ ਗੱਲ ਇਹਨਾਂ ਦੀ ਠੀਕ ਹੈ ਕਿ ਪੰਜਾਬ ਵਿਧਾਨ ਸਭਾ ਇੱਕ ਮਤਾ ਪਾਸ ਕਰ ਸਕਦੀ ਹੈ, ਪਰ ਇਹ ਕੰਮ ਤਾਂ ਸਾਰਾ ਕੇਂਦਰ ਸਰਕਾਰ ਦਾ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈਗਾ, ਉਹਨਾਂ ਨੇ ਕਰਨੇ ਹੈਗੇ। ਪਰ ਇਹਨਾਂ ਨੇ ਜਿਹੜਾ ਮੋਰਚਾ ਲਾਇਆ ਉਹਦੇ ਵਿੱਚ ਵਿਰੋਧਾਭਾਸ ਕਿੰਨਾ ਵੀ ਜਿਹੜਾ ਉਹਨਾਂ ਦੀ ਹਮਾਇਤ ਆਵੇ ਤੇ ਉਹ ਹਵਾਰਾ ਨੂੰ ਜਥੇਦਾਰ ਮੰਨੇ ਅਕਾਲ ਤਖਤ ਦਾ। ਇਹ ਬਹੁਤ ਸਾਰੇ ਲੋਕ ਜਿਹੜੇ ਨਹੀਂ ਇਸ ਗੱਲ ਨਾਲ ਸਹਿਮਤ ਹੈਗੇ। ਸੋ ਇਹ ਮੋਰਚੇ ਨੂੰ ਵੱਡਾ ਕਰਨ ਦੀ ਥਾਂ ਤੇ ਮੋਰਚੇ ਨੂੰ ਸੌੜਾ ਕਰਨਾ ਹੈ। ਮਤਲਬ ਉਹ ਚਾਹੀਦਾ ਤੇ ਹੈਗਾ ਵੀ ਮੋਰਚਾ ਵਿਸ਼ਾਲ ਹੋਣਾ ਚਾਹੀਦਾ। ਇਹਦੇ ਵਿੱਚ ਕਈ ਹੋਰ ਵੀ ਕੰਟਰਾਡਿਕਸ਼ਨ ਨੇ ਜਿਹੜੇ ਚਲਾਉਣ ਵਾਲੇ ਆ, ਕਈ ਕਿਸਮ ਦੇ ਮਾਮਲੇ ਨੇ। ਜੇ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਆ ਗਏ ਸੀਗੇ ਤਾਂ ਮੇਰਾ ਖਿਆਲ ਇਹੋ ਜਿਹਾ ਵਿਹਾਰ ਨਹੀਂ ਆਉਣਾ ਚਾਹੀਦਾ। ਘਰ ਆਏ ਨੂੰ ਤਾਂ ਕੋਈ ਵੀ ਕੁਝ ਨਹੀਂ ਕਹਿੰਦਾ, ਹਮਾਇਤ ਲੈਣੀ ਆ, ਅਸੀਂ ਇੱਕ ਵੱਡੇ ਕਾਜ ਦੀ ਗੱਲ ਕਰਦੇ ਹਾਂ ਤੇ ਗੱਲ ਅਸੀਂ ਛੋਟੀ ਦੇ ਆਪਸ ਵਿੱਚ ਟੱਕਰ ਪੈਨੇ। ਇਹ ਗੱਲਾਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ। ਇਹਦੇ ਨਾਲ ਮੋਰਚਾ ਜਿਹੜਾ ਵੀਕ ਹੋਏਗਾ, ਕਮਜ਼ੋਰ ਹੋਏਗਾ, ਮੋਰਚੇ ਦੇ ਵਿੱਚ ਹੋਰ ਵਿਰੋਧਤਾਈਆਂ ਆਉਣਗੀਆਂ। ਇਸ ਕਰਕੇ ਇਸ ਗੱਲ ਨਾਲ ਕੋਈ ਵੀ ਸਾਰੇ ਸਹਿਮਤ ਨੇ ਵੀ ਜਿਹੜੇ ਲੋਕਾਂ ਨੇ, ਜਿਹੜੇ ਬੰਦੀ ਸਿੰਘ ਨੇ, ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ, ਕਈ ਚਿਰ ਹੋ ਗਿਆ ਪੂਰੀਆਂ ਕਰਨੀਆਂ, ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ। ਭਾਵੇਂ ਕੋਈ ਵੀ ਹੋਵੇ, ਉਹਨਾਂ ਨੂੰ ਰਿਹਾ ਕਰਨਾ ਚਾਹੀਦਾ। ਜੇ ਤੁਸੀਂ ਮਤਲਬ ਜਿਹੜੇ ਰੇਪ ਦੇ ਕੇਸਾਂ ਵਾਲੇ ਉਹਨਾਂ ਨੂੰ ਪਹਿਲਾਂ ਛੱਡ ਸਕਦੇ ਹੋ, ਜੇ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਆ ਉਹਨਾਂ ਦੇ ਨੂੰ ਵੀ ਤੁਸੀਂ ਛੱਡ ਸਕਦੇ ਹੋ, ਤਾਂ ਇਹਨਾਂ ਨੂੰ ਕਿਉਂ ਨਹੀਂ ਛੱਡਿਆ ਜਾਂਦਾ? ਇਹਨਾਂ ਨੂੰ ਵੀ ਛੱਡਣਾ ਚਾਹੀਦਾ। ਮਤਲਬ ਜਿਹੜਾ ਸਾਡੇ ਦੇਸ਼ ਦਾ ਕਾਨੂੰਨ ਆ, ਸਾਡਾ ਦੇਸ਼ ਦਾ ਸੰਵਿਧਾਨ ਆ, ਉਹਦੇ ਬਾਰੇ ਕਿਹਾ ਜਾਂਦਾ ਵੀ ਅਸੀਂ ਸਾਰਿਆਂ ਨੂੰ ਇੱਕੋ ਤਰ੍ਹਾਂ ਦੇਖਦੇ, ਪਰ ਇਹ ਮਤਲਬ ਪੱਖਪਾਤ ਨਹੀਂ ਹੋਣਾ ਚਾਹੀਦਾ। ਇਹਨਾਂ ਨੂੰ ਛੱਡਿਆ ਜਾਣਾ ਚਾਹੀਦਾ। ਇਸ ਤਰੀਕੇ ਨਾਲ ਕੰਮ ਜਿਹੜਾ ਹੋਣਾ ਚਾਹੀਦਾ, ਨਾ ਕਿ ਕਿਸੇ ਨਾਲ ਪੱਖਪਾਤ ਕੀਤਾ ਜਾਵੇ।
ਤੇ ਮੋਰਚੇ ਨੂੰ ਜਿਹੜੇ ਚਲਾ ਰਹੇ ਉਹਨਾਂ ਨੂੰ ਵੀ ਚਾਹੀਦਾ ਕਿ ਉਹਨੂੰ ਇਸ ਠੀਕ ਤਰ੍ਹਾਂ ਜਿਹੜਾ ਚਲਾਉਣ ਤਾਂ ਕਿ ਵੱਧ ਤੋਂ ਵੱਧ ਇੱਕ ਹਮਾਇਤ ਇਹਦੇ ਤੇ ਪ੍ਰਾਪਤ ਕਰ ਸਕਣ। ਜਾਂਦੇ ਜਾਂਦੇ ਅਸੀਂ ਡਾਕਟਰ ਸਾਹਿਬ ਤੋਂ ਅਸੀਂ ਸ਼ਰਧਾਂਜਲੀ ਜਿਹੜੇ ਸ਼ਬਦ ਉਹ ਕਹਿਣਾ ਚਾਹਾਂਗੇ। ਦੇਸ਼ ਦੇ ਮਹਾਨ ਆਜ਼ਾਦੀ ਘੁਲਾਟੀਏ ਜਿਨ੍ਹਾਂ ਦੇ ਪੁੱਤ ਨੇ ਅੱਜ ਕੈਨੇਡਾ ਦੇ ਵਿੱਚ ਵੱਡੇ ਅਹੁਦੇ ਦੇ ਉੱਪਰ ਬੈਠੇ ਨੇ, ਸੇਵਾ ਸਿੰਘ ਠਿਕਰੀਵਾਲ ਬਾਰੇ ਤੁਸੀਂ ਕੀ ਸ਼ਰਧਾਂਜਲੀ ਭੇਟ ਆਪਣੇ ਸ਼ਬਦਾਂ ਰਾਹੀਂ ਕਰੋ ਜੀ। ਬੱਲ ਜੀ ਦੋ ਗੱਲਾਂ ਇਹਦੇ ਨਾਲ, ਇਹ ਅੱਜ ਚਾਬੀਆਂ ਦਾ ਮੋਰਚਾ ਵੀ ਹੈ ਜੀ। ਹਾਂਜੀ, ਦੋ ਵੱਡੇ ਇਤਿਹਾਸਿਕ ਪੱਖ ਨੇ। ਚਾਬੀਆਂ ਦਾ ਮੋਰਚੇ ਦਾ ਵੀ ਅੱਜ ਦਿਨ ਹੈ ਤੇ ਸੇਵਾ ਸਿੰਘ ਜੀ ਦੀ ਸ਼ਹੀਦੀ ਦਿਵਸ ਵੀ ਹੈ ਜੀ। ਸੇਵਾ ਸਿੰਘ ਜੀ ਦੇ ਫਾਦਰ ਵੀ ਪਟਿਆਲਾ ਰਿਆਸਤ 'ਚ ਪਹਿਲਾਂ ਸਰਵਿਸ ਕਰਦੇ ਸੀ ਜੀ, ਤੇ ਕੁਝ ਸਮਾਂ ਜਿਹੜੀ ਆ ਸੇਵਾ ਸਿੰਘ ਵੀ ਇਹ ਸਿਹਤ ਮਹਿਕਮੇ ਦੇ ਵਿੱਚ ਹੀ ਜਿਹੜੇ ਆ ਉਹ ਸੇਵਾ ਕਰਦੇ ਰਹੇ ਆ। ਬਾਅਦ 'ਚ ਉਹਨਾਂ ਦਾ ਸੰਬੰਧ ਸਿੰਘ ਸਭਾ ਮੂਵਮੈਂਟ ਦੇ ਥਰੂ ਗੁਰਦੁਆਰਾ ਸੁਧਾਰ ਲਹਿਰ ਦੇ ਜਾਂਦਾ ਹੈਗਾ ਆ। ਚਾਬੀਆਂ ਦਾ ਮੋਰਚਾ ਵੀ ਉਹਦਾ ਇੱਕ ਹਿੱਸਾ ਹੈਗਾ ਆ। ਬਾਬਾ ਖੜਕ ਸਿੰਘ ਤੋਂ ਅਸੀਂ ਪਤਾ ਹੀ ਆ ਕਿ ਚਾਬੀਆਂ ਗਵਰਨਮੈਂਟ ਨੇ ਜਿਹੜੀਆਂ ਲੈ ਲਈਆਂ ਸੀ ਤੋਸ਼ਾਖਾਨਾ ਦੀਆਂ, ਉਹਦੇ ਵਿਰੁੱਧ ਸਿੱਖਾਂ ਨੇ ਮੋਰਚਾ ਲਾਇਆ ਤੇ ਬਾਬਾ ਖੜਕ ਸਿੰਘ ਜੀ ਦੀ ਅਗਵਾਈ ਵਿੱਚ ਜਿਹੜੇ ਆ ਕਮਿਸ਼ਨਰ ਹੈ ਜਿਹੜਾ ਉਹਦੇ ਮੋਰਚਿਆਂ ਦੀਆਂ ਚਾਬੀਆਂ ਜਿਹੜਾ ਦੇਖ ਗਿਆ ਸੀਗਾ। ਤੇ ਐਡਾ ਇਹ ਘਟਨਾ ਇੰਨੀ ਮਹਾਨ ਸੀਗੀ ਕਿ ਮਹਾਤਮਾ ਗਾਂਧੀ ਉਸ ਵਕਤ ਦੇ ਜਿਹੜੇ ਵੱਡੇ ਲੀਡਰ ਸੀਗੇ ਕਾਂਗਰਸ ਦੇ, ਉਹਨੇ ਕਿਹਾ ਸੀਗਾ ਆਜ਼ਾਦੀ ਦੀ ਪਹਿਲੀ ਲੜਾਈ ਸੀ ਜਿਹੜੀ ਆ ਸੀ ਜਿੱਤ ਲਈ ਗਈ ਹੈ। ਐਡੀ ਵੱਡੀ ਐਡੀ ਵੱਡੀ ਇੰਪੋਰਟੈਂਸ ਸੀਗੀ। ਜੇ ਤੇਜਾ ਜਿਹੜੀ ਅਸੀਂ ਸੇਵਾ ਸਿੰਘ ਠਿਕਰੀਵਾਲ ਦੀ ਗੱਲ ਕਰਦੇ ਹਾਂ, ਪਹਿਲੀ ਗੱਲ ਤੇ ਸਵਾਗਤ ਕਰਦੇ ਹਾਂ ਪੰਜਾਬ ਸਰਕਾਰ ਦਾ ਕਿ ਉਹਨਾਂ ਭਗਵੰਤ ਸਿੰਘ ਨੇ ਉਹਨਾਂ ਦੇ ਪਿੰਡ ਜਾ ਕੇ ਐਲਾਨ ਕੀਤਾ ਹੈ ਕਿ ਨਰਸਿੰਗ ਕਾਲਜ ਉੱਥੇ ਖੋਲ੍ਹਣਾ, ਕਿਉਂਕਿ ਉਹਦਾ ਜਿਹੜਾ ਆ ਉਹਦਾ ਪੇਸ਼ੇ ਵਜੋਂ ਵੀ ਸੇਵਾ ਸਿੰਘ ਜੀ ਦੇ ਨਾਲ ਜੁੜਦਾ ਆ ਤੇ ਉਹ ਇਲਾਕਾ ਵੀ ਬੜਾ ਬੈਕਵਰਡ ਹੈਗਾ ਆ ਉਹ ਬਰਨਾਲੇ ਦਾ। ਜੇ ਉੱਥੇ ਐਵੇਂ ਦੀ ਕੋਈ ਸੰਸਥਾ ਚੱਲਦੀ ਹੈ ਤਾਂ ਇਹਦਾ ਵੀ ਸਵਾਗਤ ਕਰਨਾ ਬਣਦਾ ਆ। ਦੂਸਰਾ ਹੈ ਕਿ ਉਹਨਾਂ ਨੇ ਪਰਜਾ ਮੰਡਲ ਦੇ ਰਾਹੀਂ ਉਹਨਾਂ ਦਾ ਸਾਰਾ ਜਿਹੜਾ ਜੀਵਨ ਹੈ ਉਹ ਲੋਕਾਂ ਵਾਸਤੇ ਸੰਘਰਸ਼ ਵਾਸਤੇ ਸਾਰਾ ਸੇਵਾ ਨੂੰ ਸਮਰਪਿਤ ਕੀਤਾ ਉਹਨਾਂ ਨੇ। ਔਰ ਉਹਨਾਂ ਨੂੰ ਇਹ ਜਿਹੜਾ ਆ ਸਾਡੀਆਂ ਹਕੂਮਤਾਂ ਨੇ ਇਹਨਾਂ ਦੇ ਸਾਹਮਣੇ ਹਮੇਸ਼ਾ ਇਹ ਸਵਾਲ ਬਣਿਆ ਰਹੇਗਾ ਕਿ ਕਿਸੇ ਆਜ਼ਾਦੀ ਘੁਲਾਟੀਏ ਨੂੰ, ਕਿਸੇ ਸੁਤੰਤਰਤਾ ਸੰਗਰਾਮੀ ਨੂੰ ਤੁਸੀਂ ਗੜਵੀ ਚੋੜੀ ਦੇ ਕੇਸ ਵਿੱਚ ਕਿਸ ਤਰ੍ਹਾਂ ਪਰੇਸ਼ਾਨ ਕਰਕੇ ਉਹਨੂੰ ਮੌਤ ਲਈ ਜਿਹੜੇ ਆ ਉਹਦੇ ਵਾਸਤੇ ਰਸਤੇ ਤਿਆਰ ਕਰਦੇ ਹੋ। ਅੱਜ ਦੇ ਦਿਨ ਉਹਨਾਂ ਦੀ ਜੇਲ੍ਹ ਦੇ ਵਿੱਚ ਜਿਹੜਾ ਆ ਉਹ ਮੌਤ ਹੋ ਗਈ ਸੀਗੀ ਔਰ ਇਹ ਉਹਨਾਂ ਨੇ ਉਹਦੀ ਮੌਤ ਤੋਂ ਬਾਅਦ ਇਸ ਇਲਾਕੇ ਦੇ ਵਿੱਚ ਖਾਸ ਕਰਕੇ ਪਟਿਆਲਾ ਰਿਆਸਤ ਦੇ ਵਿੱਚ ਇਹਦਾ ਬੜਾ ਪ੍ਰਭਾਵ ਦੇਖਣ ਨੂੰ ਮਿਲਿਆ। ਬਹੁਤ ਸਾਰੇ ਲੋਕਾਂ ਨੂੰ ਫਿਰ ਉਹ ਜ਼ਮੀਨਾਂ ਵੀ ਉਸ ਲਹਿਰ ਦੇ ਜਿਹੜੇ ਪ੍ਰਭਾਵ ਕਰਕੇ ਅੱਗੇ ਜਿਹੜੇ ਹੋਰ ਲਹਿਰਾਂ ਚੱਲਦੀਆਂ ਸੀਗੀਆਂ ਉਹਨਾਂ ਦੇ ਵਿੱਚ ਅਸੀਂ ਦੇਖਿਆ ਕਿ ਉਹਨਾਂ ਨੂੰ ਫਲ ਲੱਗਿਆ ਤੇ ਉਹਨਾਂ ਦਾ ਜਿਹੜਾ ਇੱਕ ਸਾਫ਼ ਸੁਥਰਾ ਇੱਕ ਕਿਰਦਾਰ ਹੈ ਉਹ ਹਮੇਸ਼ਾ ਹੀ ਜਿਹੜੇ ਸੰਘਰਸ਼ੀ ਲੋਕ ਨੇ ਉਹਨਾਂ ਵਾਸਤੇ ਪ੍ਰੇਰਨਾ ਸਰੋਤ ਬਣਿਆ ਰਹੇਗਾ। ਅਸੀਂ ਆਪਣੇ ਜਿਹੜੇ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਜੀ ਬਹੁਤ ਬਹੁਤ ਸ਼ੁਕਰਾਨਾ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ।